ਕਿ ਜੇ ਇਹਦੇ ਵਿੱਚ ਗਲਤ ਡਿਟੈਂਸ਼ਨ ਵੀ ਹੋਗੀ ਤਾਂ ਵੀ ਅਫਸਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ। ਸੋਵਰਨਟੀ ਨੂੰ ਖਤਰਾ ਹੋਵੇ, ਬ੍ਰਦਰਹੁੱਡ ਨੂੰ ਖਤਰਾ ਹੋਵੇ, ਜਾਂ ਫਿਰ ਉਹਦੇ ਨਾਲ ਦੰਗੇ ਹੋਣ ਦਾ ਡਰ ਹੋਵੇ ਨੈਸ਼ਨਲ ਲੈਵਲ ਤੇ ਇਸ ਐਕਟ ਨੂੰ ਲਾਗੂ ਕੀਤਾ ਜਾ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਹਰਾਂ ਤੇ ਨਾਲ ਉਹਨਾਂ ਦੇ 4 ਸਾਥੀਆਂ ਤੇ ਇਹ ਐਕਟ ਸੁਣਿਆ ਵਾ ਜੋ ਟੀਵੀ ਚੈਨਲਸ ਤੇ ਆ ਰਿਹਾ ਕਿ ਇਹ ਐਕਟ ਲਾਇਆ। ਇਹ ਐਨਐਸਏ ਲੱਗਦਾ ਹੈ, ਮੈਨੂੰ ਨਹੀਂ ਲੱਗਦਾ ਕਿ ਇੰਨੇ ਲੂਪਹੋਲ ਸਰਕਾਰ ਨੇ ਪੂਰੇ ਕੀਤੇ ਹੋਣਗੇ ਜਿਵੇਂ ਐਡਵਾਈਜ਼ਰੀ ਬੋਰਡ ਬਣਿਆ ਹੋਏਗਾ, ਜਿਵੇਂ ਸਭ ਕੁਝ ਕੀਤਾ ਹੋਇਆ ਸੀ। ਇਹ ਤੇ ਕਹਿੰਦੇ ਆ ਨਾ ਕਿ ਇਹ ਐਕਟ ਜਿਹੜਾ ਵਾ ਇਹ ਪ੍ਰੀਕਾਸ਼ਨਰੀ ਐਕਟ ਹੈ, ਪਰ ਮੈਂ ਕਹਿੰਦਾ ਕਿ ਕਿਸੇ ਨੂੰ ਵੀ ਤੁਸੀਂ ਇੰਨੀ ਖੁੱਲ੍ਹ ਨਾ ਦਿਓ ਕਿ ਜਿਹੜੀ ਪ੍ਰੀਕਾਸ਼ਨਰੀ ਐਕਟ ਇੰਨੀ ਜ਼ਿਆਦਾ ਐਕਸਟ੍ਰੀਮ ਲਗਾਉਣਾ ਪੈ ਜੇ। ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ 1980 ਹੈ, ਇਹ ਬੜੀ ਸਟਰੋਂਗ ਪ੍ਰੋਵੀਜ਼ਨ ਆਫ ਲਾਅ ਹੈ। ਔਰ ਬੀਇੰਗ ਐਡਵੋਕੇਟ ਮੇਰੀ ਸਾਰੇ ਭੈਣਾਂ ਭਾਈਆਂ ਨੂੰ ਇੱਕ ਸੁਜੈਸ਼ਨ ਹੈ ਕਿ ਅਸੀਂ ਕੋਈ ਵੀ ਉਹ ਐਕਟ ਨਾ ਕਰੀਏ ਜਿਹੜਾ ਸਾਡੇ ਦੇਸ਼ ਦੀ ਜਿਹੜੀ ਅਖੰਡਤਾ ਜਾਂ ਸਾਡੇ ਦੇਸ਼ ਦੇ ਰਿਲੇਸ਼ਨਸ ਨੇ, ਸੋਵਰਨਿਟੀ ਹੈ, ਸੈਕੂਲਰਿਜ਼ਮ ਹੈ, ਉਹਦੇ ਵਿੱਚ ਇਹੋ ਜਿਹਾ ਪਾੜ ਪਾਵੇ ਕਿ ਦੇਸ਼ ਦੇ ਵਿੱਚ ਦੰਗੇ ਹੋ ਸਕਣ, ਲੱਖਾਂ ਬੰਦੇ ਮਰ ਸਕਣ। ਇਹ ਬੇਸਿਕ ਇਹਦਾ ਪ੍ਰਵਿਊ ਜਿਹੜਾ ਵਾ ਨਾ ਚੰਗੇ ਪਰਪਸ ਵਾਸਤੇ ਐਕਟ ਬਣਿਆ ਹੋਇਆ। ਪੰਜਾਬ ਭਰ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਬਣਿਆ ਹੈ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ। ਅੱਜ ਪੰਜਾਬ ਦੇ ਆਈਜੀ ਹੈੱਡਕੁਆਟਰ ਡਾਕਟਰ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਕੁਝ ਸਾਥੀਆਂ ਦੇ ਉੱਤੇ ਇਸ ਵੇਲੇ ਜਿਹੜਾ ਹੈ ਉਹ ਐਨਐਸਏ ਲਗਾਇਆ ਗਿਆ ਹੈ, ਪਰ ਅੰਮ੍ਰਿਤਪਾਲ ਸਿੰਘ ਹਾਲੇ ਫਰਾਰ ਹੈ। ਲੇਕਿਨ ਅੱਜ ਅਸੀਂ ਚਰਚਾ ਕਰਾਂਗੇ ਐਨਐਸਏ ਤੇ ਕਿ ਆਖਿਰਕਾਰ ਨੈਸ਼ਨਲ ਸਿਕਿਉਰਿਟੀ ਐਕਟ ਹੈ ਕੀ ਹੈ, ਕਿਉਂ ਇਸ ਐਕਟ ਨੂੰ ਲੈ ਕੇ ਇੱਕ ਬਹੁਤ ਸਾਰਾ ਚਰਚਾ ਬਣੀ ਹੋਈ ਹੈ। ਆਖਿਰਕਾਰ ਅਸੀਂ ਇਹ ਐਕਟ ਬਾਰੇ ਕਦੇ ਨਹੀਂ ਸੀ ਸੁਣਿਆ, ਪਰ ਅੱਜ ਅਸੀਂ ਤੁਹਾਨੂੰ ਇੱਕ ਵਿਸਤ੍ਰਿਤ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਆਖਿਰਕਾਰ ਇਸ ਐਕਟ ਦੇ ਵਿੱਚ ਹੈ ਕੀ ਹੈ। ਤੇ ਸਾਡੇ ਨਾਲ ਐਡਵੋਕੇਟ ਹਰਸਿਮਰਤ ਸਿੰਘ ਜੀ ਮੌਜੂਦ ਨੇ ਜੋ ਕਿ ਇਸ ਪੂਰੇ ਐਕਟ ਦੇ ਬਾਰੇ ਸਾਨੂੰ ਵਿਸਤ੍ਰਿਤ ਜਾਣਕਾਰੀ ਦੇਣਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸਰ। ਸਭ ਤੋਂ ਪਹਿਲਾਂ ਜਾਣਾਂਗੇ ਐਨਐਸਏ ਐਕਟ ਹੈ ਕੀ ਹੈ, ਕਿਉਂਕਿ ਅਸੀਂ ਬਹੁਤ ਸਾਰੇ ਐਕਟ ਬਾਰੇ ਸੁਣਦੇ ਸੀ ਲੇਕਿਨ ਪਹਿਲੀ ਵਾਰ ਜ਼ਿਹਨ 'ਚ ਆਇਆ ਕਿ ਐਨਐਸਏ ਐਕਟ ਵੀ ਕੋਈ ਚੀਜ਼ ਹੈ। ਦੇਖੋ ਸੁਮਿਤ ਜੀ, ਵੈਸੇ ਐਨਐਸਏ ਐਕਟ ਜਿਹੜਾ ਨਾ ਇਹ ਡੀਲ ਕਰਦਾ ਐਮਰਜੈਂਸੀ ਸਿਚੁਏਸ਼ਨ ਨੂੰ, ਕਿ ਇਹੋ ਜਿਹੀਆਂ ਸਿਚੁਏਸ਼ਨਸ ਆ ਗਈਆਂ ਕਿ ਤੁਹਾਡੀ ਆਪਣੀ ਜਿਹੜੀ ਸਰਕਾਰ ਹੈ, ਚਾਹੇ ਉਹ ਸਰਕਾਰ ਸੈਂਟਰ ਦੀ ਹੈ ਜਿਹਨੂੰ ਨੈਸ਼ਨਲ ਗਵਰਨਮੈਂਟ ਕਹਾਂਗੇ ਜਾਂ ਫਿਰ ਸਟੇਟ ਗਵਰਨਮੈਂਟ ਆ, ਉਹਨਾਂ ਨੇ ਆਪਣੇ ਕੋਲ ਅਖਤਿਆਰ ਰੱਖੇ ਕੁਝ ਇਹੋ ਜਿਹੇ ਜਿਹਦੇ ਨਾਲ ਸਾਡੀ ਸੋਵਰਨਿਟੀ, ਸਾਡਾ ਡਿਫੈਂਸ ਸਿਸਟਮ ਔਰ ਬ੍ਰਦਰਹੁੱਡ ਔਰ ਸਾਡੇ ਜਿਹੜੇ ਫਰੰਟ ਲਾਈਨ ਸੇਵੀਅਰਸ ਨੇ, ਪੁਲਿਸ ਜਾਂ ਕੋਈ ਐਡਮਿਨਿਸਟ੍ਰੇਸ਼ਨ ਜਿਹੜੇ ਸਰਕਾਰੀ ਆਫਿਸਰ ਨੇ, ਉਹਨਾਂ ਦਾ ਨਾਲ ਮਾਰਕੁੱਟ ਕਰਨੀ ਜਾਂ ਉਹਨਾਂ ਦੇ ਕੰਮ ਦੇ ਵਿੱਚ ਵਿਘਨ ਪਾਉਣਾ, ਉਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ 1980 ਆਇਆ। ਉਸ ਤੋਂ ਪਹਿਲੇ ਇੰਡੀਅਨ ਡਿਫੈਂਸ ਐਕਟ ਸੀ, ਉਹ ਕਾਫੀ ਦਿਨ ਚੱਲਿਆ। ਫਿਰ 1950 ਪ੍ਰੀਵੈਂਸ਼ਨ ਆਫ ਡਿਟੈਂਸ਼ਨ ਐਕਟ ਆਇਆ। ਉਹਦੇ ਵਿੱਚ ਕੁਝ ਕਮੀਆਂ ਸੀ, ਜਿਹੜੀਆਂ ਕਮੀਆਂ ਲੂਪ ਹੋਲ ਸੀ, ਜਿਹਦੇ ਨਾਲ ਫਿਰ ਵੀ ਇਹ ਕ੍ਰਾਈਮ ਜਿਹੜਾ ਵਾ ਇੰਡੀਅਨ ਸਿਸਟਮ ਦੇ ਨਾਲ, ਭਾਰਤ ਦੇ ਸਿਸਟਮ ਦੇ ਨਾਲ ਜਾਂ ਸਟੇਟ ਦੇ ਕਿਸੇ ਵੀ ਸਟੇਟ ਦੇ ਸਿਸਟਮ ਦੇ ਨਾਲ ਉਹ ਐਕਟ ਡੀਲ ਨਹੀਂ ਸੀ ਕਰ ਪਾਉਂਦਾ। ਔਰ ਉਹਦੇ ਵਿੱਚ ਐਕਟ ਦੇ ਵਿੱਚ ਕੁਝ ਇਹੋ ਜਿਹੀਆਂ ਵੀ ਕਮੀਆਂ ਸੀ ਕਿ ਬਹੁਤ ਜ਼ਿਆਦਾ ਇਮੈਂਸ ਪਾਵਰ ਵੀ ਸੀ ਅਤੇ ਕਈਆਂ ਚੀਜ਼ਾਂ 'ਤੇ ਇਮੈਂਸ ਪਾਵਰ ਨਹੀਂ ਸੀ, ਜਿਸ ਕਰਕੇ ਇਹ 1980 ਦੇ ਵਿੱਚ ਸਾਡੀ ਲੈਜਿਸਲੇਸ਼ਨ ਜਿਹੜੀ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਸ ਐਕਟ ਨੂੰ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ। ਔਰ ਐਕਟ ਦੇ ਅਕੋਰਡਿੰਗਲੀ ਹੁਣ ਕੋਈ ਵੀ ਭਾਰਤ ਦਾ ਸਿਟੀਜ਼ਨ ਹੈ, ਕਿਸੇ ਵੀ ਦੇਸ਼ ਦਾ ਕੋਈ ਵੀ ਸਿਟੀਜ਼ਨ ਹੈ, ਤੁਹਾਡੇ ਦੇਸ਼ ਦੇ ਵਿੱਚ ਕੁਝ ਇਹੋ ਜਿਹੀ ਇੰਟੈਂਸ਼ਨ ਰੱਖਦਾ ਜਿਹੜੀ ਸਰਕਾਰ ਨੂੰ ਪਤਾ ਲੱਗ ਜਾਵੇ, ਜਾਂ ਉਸ ਇੰਟੈਂਸ਼ਨ ਦੇ ਵਿੱਚ ਜਿਹਨੂੰ ਕਹਿੰਦੇ ਮੈਂਜ਼ਰੀਆ ਤੇ ਐਕਟਸਰੀਆ, ਪਹਿਲੇ ਸੋਚ ਫਿਰ ਐਕਟ, ਉਹਦੇ ਨਾਲ ਸਰਕਾਰ ਨੂੰ ਖਤਰਾ ਹੋਵੇ, ਸੋਵਰਨਟੀ ਨੂੰ ਖਤਰਾ ਹੋਵੇ, ਬ੍ਰਦਰਹੁੱਡ ਨੂੰ ਖਤਰਾ ਹੋਵੇ, ਜਾਂ ਫਿਰ ਉਹਦੇ ਨਾਲ ਦੰਗੇ ਹੋਣ ਦਾ ਡਰ ਹੋਵੇ ਨੈਸ਼ਨਲ ਲੈਵਲ ਤੇ ਇਸ ਐਕਟ ਨੂੰ ਲਾਗੂ ਕੀਤਾ ਜਾ ਸਕਦਾ। ਬਹੁਤ ਲੰਬੀਆਂ ਚੌੜੀਆਂ ਪ੍ਰੋਵੀਜ਼ਨਸ ਨੇ, ਪਰ ਮੈਂ ਦੱਸਣਾ ਚਾਹੁੰਦਾ ਇੱਕ ਬੜੀ ਐਕਸਟ੍ਰੀਮ ਇਹ ਇੱਕ ਪ੍ਰੋਵੀਜ਼ਨ ਬਣਾਈ ਗਈ ਹੈ ਲਾਅ ਦੀ, ਜਿਹੜੀ ਦਿੱਲੀ ਵਰਗੇ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ ਦੇ ਵਿੱਚ ਸੁਣੀਦਾ ਸੀ, ਪੜ੍ਹੀਦਾ ਵੀ ਸੀ, ਪਰ ਪੰਜਾਬ ਦੇ ਵਿੱਚ ਲਾਗੂ ਹੋਣੀ ਇਹ ਸਿਚੁਏਸ਼ਨ ਬਹੁਤ ਗ੍ਰਿਮ ਦਰਸਾਉਂਦੀ ਹੈ। ਪਰ ਇਹਦੇ ਵਿੱਚ ਕੀ ਹੁੰਦਾ ਕੀ ਹੈ, ਪੁਲਿਸ ਕੋ ਕੀ ਅਖਤਿਆਰ ਐਸੇ ਆ ਜਾਂਦੇ, ਕਿਉਂਕਿ ਕੋਈ ਵੀ ਅਗਰ ਐਕਟ ਹੁੰਦਾ ਉਹਦੇ 'ਚ ਪੁਲਿਸ ਕੋ ਅਖਤਿਆਰ ਹੁੰਦੇ ਨੇ, ਇਹਦੇ 'ਚ ਕੀ ਪਾਵਰਸ ਜ਼ਿਆਦਾ ਨੇ ਪੁਲਿਸ ਕੋ? ਮੈਂ ਦੱਸਣਾ ਚਾਹੁੰਦਾ ਕਿ ਬੇਸਿਕ ਜਿਹੜਾ ਡਿਫਰੈਂਸ ਹੈ ਸੁਮਿਤ ਜੀ, ਕੋਈ ਵੀ ਪੁਲਿਸ ਕੋ ਪਾਵਰ ਆਉਂਦੀ ਆਫਟਰ ਦੀ ਰਜਿਸਟ੍ਰੇਸ਼ਨ ਆਫ ਦੀ FIR ਜੀ। ਅਸੀਂ ਸਟੇਟ ਦੇ ਵਿੱਚ ਗੱਲ ਕਰਦੇ ਹਾਂ, ਉਹ ਬੰਦੇ ਨੇ ਕੁਝ ਕੀਤਾ, ਪਰਚਾ ਦਰਜ ਹੋਇਆ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ। ਇਹ ਇਹੋ ਜਿਹਾ ਐਕਟ ਹੈ ਜਿਹਦੇ ਵਿੱਚ FIR ਹੋਣੀ ਮੈਂਡੇਟਰੀ ਨਹੀਂ ਹੈ ਜੀ। ਕਿਸੇ ਵੀ ਪਬਲਿਕ ਸਪਿਰਿਟਡ ਪਰਸਨ ਦੀ ਇੰਟੈਂਸ਼ਨ ਜਿਹੜੀ ਹੈ ਸਰਕਾਰ ਨੂੰ ਖਰਾਬ ਕਰਨ ਦੀ ਹੈ, ਸਰਕਾਰ ਦੇ ਅਫਸਰਾਂ ਨੂੰ ਉਹਨਾਂ ਦਾ ਕੰਮ ਕਰਨ ਦੇ ਵਿੱਚ ਵਿਘਨ ਪਾਉਣ ਦੀ ਹੈ, ਉਹਨਾਂ ਨਾਲ ਮਾਰਕੁੱਟ ਕਰਨ ਦੀ ਹੈ, ਜਾਂ ਫਿਰ ਸੋਵਰਨਟੀ ਨੂੰ ਖਤਮ ਕਰਨ ਦੀ ਹੈ, ਜਾਂ ਫਿਰ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਨੂੰ ਕਰਚ ਕਰਨ ਦੀ ਹੈ, ਜਾਂ ਫਿਰ ਇਹੋ ਜਿਹੀ ਸਿਸਟਮ ਹੈ ਕਿ ਤੁਹਾਡਾ ਡਿਫੈਂਸ ਸਿਸਟਮ ਲੀਕ ਹੋ ਸਕਦਾ,
ਇਹ ਸਾਰੀਆਂ ਚੀਜ਼ਾਂ ਨੂੰ ਕਰਬ ਕਰਨ ਵਾਸਤੇ ਇਸ ਐਕਟ ਦੇ ਵਿੱਚ ਇਮੈਂਸ ਪਾਵਰ ਦਿੱਤੀ ਗਈ ਔਰ ਕਿਸੇ ਵੀ ਬੰਦੇ ਨੂੰ ਜਿਹੜਾ ਵਾ ਮੈਜਿਸਟ੍ਰੇਟ ਦੀ ਜਿਹੜੀ ਇਹ ਕੰਸੈਂਟ ਦੇ ਨਾਲ ਅਰੈਸਟ ਕਰ ਸਕਦੇ ਆ। ਜਿਹੜੀ ਅਰੈਸਟ ਹੈ ਉਹਦਾ ਐਤਕੀ ਵਰਡ ਡਿਟੈਂਸ਼ਨ ਦਿੱਤਾ ਗਿਆ ਜੀ। ਤੁਸੀਂ ਫਰਕ ਸਮਝਦੇ ਹੋ ਕਿ ਕੀ ਹੈ ਜੀ? ਅਰੈਸਟ ਇਜ਼ ਆਲਵੇਜ਼ ਆਫਟਰ ਦੀ ਰਜਿਸਟ੍ਰੇਸ਼ਨ ਆਫ ਦੀ ਐਫਆਈਆਰ। ਡਿਟੈਂਸ਼ਨ ਦਾ ਹੈਗਾ ਪ੍ਰੀਵੈਂਸ਼ਨ ਮੇਜਰ ਹੈ ਜੀ, ਕਿ ਅਸੀਂ ਪ੍ਰੀਕਾਸ਼ਨ ਕਰਨੀ ਹੈ ਕਿ ਇਹ ਬੰਦਾ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੋਵੇ। ਉਹਦੇ ਵਿੱਚ ਇੰਨੀ ਕੁ ਇਮੈਂਸ ਪਾਵਰ ਹੈ ਇਸ ਐਕਟ ਦੇ ਵਿੱਚ। ਅਸੀਂ ਵੀ ਜਦੋਂ ਐਕਟ 3-4 ਦਿਨਾਂ ਤੋਂ ਆਇਆ ਤੇ ਇਹਦੇ ਤੇ ਸਟੱਡੀ ਕਰਨੀ ਸ਼ੁਰੂ ਕੀਤੀ ਕਿ ਐਟਲੀਸਟ ਲੋਕਾਂ ਨੂੰ ਫੀਅਰ ਆਫ ਲਾਅ ਹੋਣਾ ਬੜਾ ਜ਼ਰੂਰੀ ਹੈ ਜੀ। ਇਸ ਐਕਟ ਕੀ ਹੈ ਸਰ? ਇਸ ਐਕਟ ਦੇ ਵਿੱਚ ਕਿਸੇ ਨੂੰ ਵੀ ਡਿਟੇਨ ਕਰ ਸਕਦੇ ਆ 12 ਮਹੀਨਿਆਂ ਤੱਕ। 12 ਮਹੀਨੇ ਤੱਕ। ਐਫਆਈਆਰ ਦਾ ਫਰਕ ਹੈ ਕਿ ਕਿਸੇ ਨੂੰ ਵੀ ਫੜਦੇ ਆ ਅਰੈਸਟ ਤੋਂ 24 ਘੰਟਿਆਂ ਚ ਮੈਜਿਸਟ੍ਰੇਟ ਕੋ ਪੇਸ਼ ਕਰਾਉਣਾ। ਇਹਦੇ ਵਿੱਚ ਕਿਸੇ ਕੋਲ ਪੇਸ਼ ਨਹੀਂ ਕਰਨਾ। ਔਰ ਜਿਹਨੂੰ ਡਿਟੈਨਿਊ ਕਹਿੰਦੇ ਆ, ਜਿਹਨੂੰ ਫੜਦੇ ਆ, ਜਿਹਦੀ ਡਿਟੈਂਸ਼ਨ ਕਰਦੇ ਆ, ਜੇ ਉਹਦੀ ਡਿਟੈਂਸ਼ਨ ਕਰਦੇ ਆ ਤੇ ਉਹਨੂੰ ਵੀ ਜਿਹੜਾ ਮਿਨੀਮਮ ਪੀਰੀਅਡ ਹੈ 7 ਦਿਨ ਜਾਂ ਕੋਈ ਰੀਜ਼ਨਸ ਹੋਰ ਨੇ, ਜਿਵੇਂ ਸਿਕਿਉਰਿਟੀ ਦੇ ਇੰਡੀਆ ਦੇ ਰੀਜ਼ਨਸ ਨੇ, ਸਟੇਟ ਦੇ ਰੀਜ਼ਨਸ ਨੇ, ਤੇ 10 ਦਿਨਾਂ ਦੇ ਵਿੱਚ ਉਹਨੂੰ ਹੀ ਪਤਾ ਲੱਗਣਾ। ਪਹਿਲੇ ਤੇ ਉਹਨੂੰ ਹੀ ਪਤਾ ਲੱਗਣਾ, 10 ਦਿਨ ਦਾ ਟਾਈਮ ਹੈ। ਅਦਰਵਾਈਜ਼ ਸੀਆਰਪੀਸੀ ਜਿਹੜੀ ਹੈ ਉਹ ਕਹਿੰਦੀ ਹੈ ਕੋਈ ਵੀ ਐਫਆਈਆਰ ਦਰਜ ਹੁੰਦੀ ਹੈ ਉਹਦੇ ਵਿੱਚ ਤੁਸੀਂ ਇਮੀਡੀਏਟਲੀ ਉਹਨੂੰ ਰੀਜ਼ਨਸ ਫॉर ਅਰੈਸਟ ਦੱਸਣੇ ਆ ਜੀ। ਇਹਦੇ ਵਿੱਚ ਇਮੀਡੀਏਟਲੀ ਰੀਜ਼ਨਸ ਫॉर ਅਰੈਸਟ ਵੀ ਨਹੀਂ ਦੱਸਣੇ। ਬਿਲਕੁਲ ਇੰਨਾ ਹਿਊ ਐਂਡ ਕਰਾਈ ਹੋ ਰਿਹਾ ਨਾ ਕਿ ਜਿਵੇਂ ਹੁਣ ਅਸੀਂ ਅੱਜ ਕੱਲ੍ਹ ਗੱਲ ਕਰੀਏ ਕਿ ਭਾਈ ਅੰਮ੍ਰਿਤਪਾਲ ਸਿੰਘ ਹਰਾਂ ਤੇ ਨਾਲ ਉਹਨਾਂ ਦੇ 4 ਸਾਥੀਆਂ ਤੇ ਇਹ ਐਕਟ ਸੁਣਿਆ ਵਾ ਜੋ ਟੀਵੀ ਚੈਨਲਸ ਤੇ ਆ ਰਿਹਾ ਕਿ ਐਕਟ ਲਾਇਆ ਔਰ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਔਰ 3-4 ਮੇਰੇ ਖਿਆਲ ਦਲਜੀਤ ਸਿੰਘ ਚੀਮਾ ਉਹਨਾਂ ਨੂੰ ਅਸਾਮ ਖੜਿਆ ਵਾ। ਉਹਦੇ ਵਿੱਚ ਦਲਜੀਤ ਚੀਮਾ ਕਹਿੰਦਾ ਦਲਜੀਤ ਕਲਸੀ ਜਿਹੜੇ ਐਕਟਰ ਨੇ ਉਹਨਾਂ ਨੂੰ ਉੱਥੇ ਖੜਿਆ ਵਾ 3-4 ਜਾਣਿਆਂ ਨੂੰ। ਮੈਂ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਪ੍ਰੋਵੀਜ਼ਨ ਆਫ ਲਾਅ ਵਾ ਉਹਦੀ ਇਲੀਗੈਲਿਟੀ ਨਹੀਂ ਹੈ। ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਲਿਜਾਇਆ ਜਾ ਸਕਦਾ, ਜਿੱਥੇ ਲਿਜਾਣ ਦਾ ਮੇਨ ਪਰਪਸ ਕੀ ਹੈ ਕਿਸੇ ਨੂੰ ਵੀ। ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2020 ਦੇ ਵਿੱਚ ਇੱਕ ਸਿਟੀਜ਼ਨ ਅਮੈਂਡਮੈਂਟ ਐਕਟ ਆਇਆ ਸੀ ਭਾਰਤ ਦੇ ਵਿੱਚ। ਉਹਦੇ ਵਿੱਚ ਭੀਮ ਆਰਮੀ ਚੀਫ ਜਿਹੜੇ ਚੰਦਰ ਸ਼ੇਖਰ ਆਜ਼ਾਦ ਆ ਉਹਨਾਂ ਨੂੰ 1 ਸਾਲ ਲਈ ਡਿਟੈਂਸ਼ਨ ਦੇ ਥੱਲੇ ਰੱਖਿਆ ਜੀ। ਉਹਦਾ ਰੀਜ਼ਨ ਕੀ ਸੀ? ਉਹ ਇੱਕ ਚੀਜ਼ ਦੀ ਆਬਜੈਕਸ਼ਨ ਕਰਦੇ ਸੀ ਕਿ ਕੋਈ ਵੀ ਇਮੀਗ੍ਰੈਂਟ ਆ ਗਿਆ ਤੁਹਾਡੇ ਕੰਟਰੀ ਦੇ ਵਿੱਚ, ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਵੀ ਇਮੀਗ੍ਰੈਂਟ ਆ, ਉਹਦੇ ਵਿੱਚ ਉਹਨੂੰ ਇਹ ਐਕਟ ਆਇਆ ਸੀ ਕਿ ਤੁਸੀਂ ਉਹਨੂੰ ਸਿਟੀਜ਼ਨਸ਼ਿਪ ਦੇਣੀ ਹੈ। ਤੇ ਉਹਨਾਂ ਨੇ ਕਿਹਾ ਕਿ ਇਮੀਗ੍ਰੈਂਟ ਦਾ ਪਿਛਵਾੜਾ ਕੀ ਹੈ, ਉਹ ਕ੍ਰਿਮੀਨਲ ਤੇ ਨਹੀਂ ਹੈ, ਉਹ ਕਿਤੋਂ ਉਹੋ ਜਿਹੀ ਸਟੇਟ ਤੋਂ ਨਹੀਂ ਆਇਆ ਜਿੱਥੇ ਦੰਗੇ ਹੁੰਦੇ ਨੇ, ਜਿੱਥੇ ਬੜੀ ਨਕਸਲੀ ਸਟੇਟ ਹੈ। ਇਸ ਕਰਕੇ ਉਹਦੇ ਉੱਤੇ ਹਿਊ ਐਂਡ ਕਰਾਈ ਆਇਆ ਔਰ ਉਸ ਡਿਟੈਂਸ਼ਨ ਨੂੰ 1 ਸਾਲ ਲਈ ਇੱਕ ਬੰਦੇ ਨੂੰ ਡਿਟੇਨ ਕੀਤਾ। ਇਸ ਤਰ੍ਹਾਂ ਹੀ ਕਾਊ ਸਲਾਟਰਿੰਗ ਦਾ ਜਦੋਂ ਦਿੱਲੀ ਦੇ ਵਿੱਚ ਹਿਊ ਐਂਡ ਕਰਾਈ ਹੋਈ ਕਿ ਕਾਊ ਸਲਾਟਰਿੰਗ ਨਹੀਂ ਕਰਨੀ, ਉਹਦੇ ਵਿੱਚ 1 ਸਾਲ ਡਿਟੈਂਸ਼ਨ ਕੀਤੀਆਂ ਕਿਉਂਕਿ ਸਟੇਟ ਸਬਜੈਕਟ ਸੀ। ਸੈਂਟਰ ਜਿਹੜਾ ਸਾਡਾ ਭਾਰਤ ਦਾ ਕਾਊ ਜਿਹੜਾ ਨੈਸ਼ਨਲ ਐਨੀਮਲ ਹੈ, ਉਹਨਾਂ ਕਰਕੇ ਜਿਹੜੇ ਇਹੋ ਜਿਹੇ ਰੀਜ਼ਨ ਆ ਜਾਂਦੇ ਜਿੱਥੇ ਪਬਲਿਕ ਐਟ ਲਾਰਜ ਦਾ ਨੁਕਸਾਨ ਹੋ ਸਕਦਾ, ਜਿਹਦੇ ਵਿੱਚ ਮਤਲਬ ਕਿੰਨੇ ਲੋਕੀ ਮਰ ਸਕਦੇ ਆ, ਦੰਗੇ ਹੋ ਸਕਦੇ ਆ, ਪਤਾ ਹੀ ਨਹੀਂ ਐਮਰਜੈਂਸੀ ਸਿਚੁਏਸ਼ਨ ਲੱਗਣੀ। ਅਸੀਂ ਲਾਈਫ ਦੇ ਵਿੱਚ ਪਹਿਲੀ ਵਾਰੀ ਇੰਟਰਨੈਟ ਸੇਵਾ ਬੰਦ ਵੇਖੀ। ਜੀ, ਇਹ ਕੋਈ ਛੋਟੀ ਚੀਜ਼ ਨਹੀਂ ਹੈ। ਨਹੀਂ, ਪਰ ਇਸ ਤਰ੍ਹਾਂ ਮੈਂ ਇੱਕ ਹੋਰ ਚੀਜ਼ ਪੁੱਛਣਾ ਤਾਂ ਇਸ ਐਕਟ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੈ ਕਿ ਜਿਸ ਤਰ੍ਹਾਂ ਕਿ ਅਕਸਰ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਪਹਿਲੇ ਕੋਰਟ 'ਚ ਪੇਸ਼ੀ ਹੁੰਦੀ ਹੈ। ਬਿਲਕੁਲ ਬਿਲਕੁਲ। ਪਰ ਇਹਦੇ ਵਿੱਚ ਕਿਉਂ ਇਸ ਤਰ੍ਹਾਂ ਦਾ ਐਕਟ ਦਿੱਤਾ ਗਿਆ ਹੈ ਕਿ ਤੁਹਾਨੂੰ ਕੋਰਟ ਦੀ ਵੀ ਲੋੜ ਨਹੀਂ ਗੀ? ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵਾਂ ਕਿ ਇਹਦੇ ਵਿੱਚ ਤੁਸੀਂ ਯੂ ਡੋਂਟ ਹੈਵ ਅ ਰਾਈਟ ਟੂ ਬੀ ਰਿਪਰੈਜ਼ੈਂਟਡ ਥਰੂ ਅ ਲਾਇਰ। ਜੀ, ਅੱਛਾ, ਵਕੀਲ ਦੇ ਵੀ ਨਹੀਂ? ਇਹਦੇ ਵਿੱਚ ਜਿਹੜੀ 12 ਮਹੀਨਿਆਂ ਦੀ ਡਿਟੈਂਸ਼ਨ ਆ ਉਹਦੇ ਵਿੱਚ ਤੁਹਾਨੂੰ ਇਹ ਐਕਟ ਸਪੀਕਸ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਚੀਜ਼, ਐਕਟ ਕਹਿ ਰਿਹਾ ਕਿ ਤੁਹਾਡੇ ਕੋਲ ਅਦਰਵਾਈਜ਼ ਜਿਹੜਾ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਤੇ ਇੱਕ ਦੂਸਰਾ ਪੁਆਇੰਟ ਹੈ ਜਿਹਦੇ ਤੇ ਜੁਡੀਸ਼ਰੀ ਸਿਸਟਮ ਸਾਰਾ ਭਾਰਤ ਦਾ ਚੱਲਦਾ ਹੈ। ਦੂਸਰਾ ਪੁਆਇੰਟ ਹੈ ਨੋ ਵਨ ਸ਼ੁੱਡ ਬੀ ਕੰਡੈਮਡ ਅਨਹਰਡ। ਹਰਸਿਮਰਨ ਸਿੰਘ ਨੂੰ ਸੁਣੇ ਬਿਨਾਂ ਉਹਨੂੰ ਸਜ਼ਾ ਨਹੀਂ ਦੇਣੀ ਜੀ। ਇਸ ਲਈ ਫ੍ਰੀ ਲੀਗਲ ਏਡਸ ਬਣੀਆਂ, ਲੋਕ ਅਦਾਲਤਾਂ ਬਣੀਆਂ ਕਿ ਜੇ ਕੋਈ ਮਹਿੰਗਾ ਵਕੀਲ ਨਹੀਂ ਕਰ ਸਕਦਾ ਤੇ ਉਹਨਾਂ ਨੂੰ ਪਾਵਰ ਦਿੱਤੀ ਜਾਵੇ ਕਿ ਫ੍ਰੀ 'ਚ ਉਹਨਾਂ ਦਾ ਕੇਸ ਲੜੇਗਾ ਵਕੀਲ। ਇਹਦੇ ਵਿੱਚ ਕੀ ਹੈ ਜੀ? ਇਹਦੇ ਵਿੱਚ ਪਹਿਲੇ 12 ਮਹੀਨਿਆਂ ਦੇ ਵਿੱਚ ਤੇ ਤੁਹਾਡੇ ਕੋਲ ਬੇਲ ਦਾ ਰਾਈਟ ਹੀ ਨਹੀਂ ਹੈਗਾ। ਮਤਲਬ 12 ਮਹੀਨੇ ਪੁਲਿਸ ਕਿਸੇ ਵੇਲੇ ਵੀ ਡਿਟੇਨ ਕਰ ਸਕਦੀ? ਕਿਸੇ ਵੇਲੇ ਵੀ 12 ਮਹੀਨਿਆਂ ਲਈ ਪਹਿਲੀ ਡਿਟੈਂਸ਼ਨ ਹੋਣੀ ਹੈ। ਐਡਵਾਈਜ਼ਰੀ ਬੋਰਡ ਮੈਂ ਦੱਸਣਾ ਚਾਹੁੰਦਾ, ਇਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਹਾਈ ਕੋਰਟ ਦੇ ਜੱਜ ਦੇ ਰੁਤਬੇ ਦੇ 3 ਮੈਂਬਰ ਬਣਾਏ ਜਾਣਗੇ ਜਿਹੜੇ ਐਡਵਾਈਜ਼ਰੀ ਬੋਰਡ ਹੋਏਗਾ। ਉਸ ਐਡਵਾਈਜ਼ਰੀ ਬੋਰਡ ਨੇ ਡਾਟਾ ਕਲੈਕਟ ਕਰਨਾ ਕਿ ਸਟੇਟ ਦੇ ਵਿੱਚ ਇਹ ਹਿਊ ਐਂਡ ਕਰਾਈ ਹੋਈ, ਜਿਵੇਂ ਇਹ ਬੇਸਿਕਲੀ ਭਾਈ ਅੰਮ੍ਰਿਤਪਾਲ ਸਿੰਘ ਹਰਾਂ ਦਾ ਕਨੈਕਸ਼ਨ ਜਿਹੜਾ ਅਜਨਾਲਾ ਕੇਸ ਦੇ ਨਾਲ ਕਰਦੇ ਆ ਉੱਤੇ ਪੁਲਿਸ ਵਾਲੇ ਦੇ ਉੱਤੇ। ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਇਹ ਅੱਜ ਕੱਲ੍ਹ ਦੇ ਵਿੱਚ ਜੇ ਐਨਐਸਏ ਲੱਗਦਾ ਹੈ, ਮੈਨੂੰ ਨਹੀਂ ਲੱਗਦਾ ਕਿ ਇੰਨੇ ਲੂਪਹੋਲ ਸਰਕਾਰ ਨੇ ਪੂਰੇ ਕੀਤੇ ਹੋਣਗੇ ਜਿਵੇਂ ਐਡਵਾਈਜ਼ਰੀ ਬੋਰਡ ਬਣਿਆ ਹੋਏਗਾ, ਜਿਵੇਂ ਸਭ ਕੁਝ ਕੀਤਾ ਹੋਇਆ ਸੀ। ਇਹ ਤੇ ਕਹਿੰਦੇ ਆ ਨਾ ਕਿ ਐਕਟ ਜਿਹੜਾ ਵਾ ਇਹ ਪ੍ਰੀਕਾਸ਼ਨਰੀ ਐਕਟ ਹੈ, ਪਰ ਮੈਂ ਕਹਿੰਦਾ ਕਿ ਕਿਸੇ ਨੂੰ ਵੀ ਤੁਸੀਂ ਇੰਨੀ ਖੁੱਲ੍ਹ ਨਾ ਦਿਓ ਕਿ ਜਿਹੜੀ ਪ੍ਰੀਕਾਸ਼ਨਰੀ ਐਕਟ ਇੰਨੀ ਜ਼ਿਆਦਾ ਐਕਸਟ੍ਰੀਮ ਲਗਾਉਣਾ ਪੈ ਜੇ। ਇਟ ਇਜ਼ ਵੈਰੀ ਐਕਸਟ੍ਰੀਮ। ਇਹਦੇ ਨਾਲ ਜਿਹੜਾ ਤੁਹਾਡਾ ਵਾ
ਸਿਸਟਮ ਦੇ ਵਿੱਚ ਤੁਸੀਂ ਜਿਹੜੇ ਆ ਬੜੇ ਵੱਡੇ ਕ੍ਰਿਮੀਨਲ ਗਿਣੇ ਜਾਓਗੇ, ਕਿ ਜਿਹੜੇ ਮਤਲਬ ਉਹ ਕ੍ਰਿਮੀਨਲ ਗਿਣੇ ਜਾਵਾਂਗੇ ਕਿ ਜਿਹੜੇ ਭਾਰਤ ਨੂੰ ਹਿਲਾ ਸਕਦੇ ਆ। ਅੱਛਾ ਜੀ, ਇਸ ਤਰ੍ਹਾਂ ਦੇ ਕ੍ਰਿਮੀਨਲ, ਇਸ ਤਰ੍ਹਾਂ ਦੇ ਸਿਸਟਮ ਆ। ਇਹਦੇ 'ਚ ਸਜ਼ਾ ਦਾ ਕੀ ਪ੍ਰਾਵਧਾਨ ਹੁੰਦਾ ਜੀ? ਇਹਦੇ ਵਿੱਚ ਇੰਪ੍ਰਿਜ਼ਨਮੈਂਟ ਜਿਹੜੀ ਹੈ, ਜੇ ਤੁਸੀਂ ਸਪੋਜ਼ ਕਰੋ ਕਿ ਮੇਰੇ ਅਗੇਂਸਟ ਸੈਂਟਰਲ ਗਵਰਨਮੈਂਟ ਨੇ, ਐਡਵਾਈਜ਼ਰੀ ਬੋਰਡ ਨੇ ਸੁਜੈਸਟ ਕੀਤਾ ਕਿ ਹਰਸਿਮਰਨ ਸਿੰਘ ਨੂੰ ਡਿਟੇਨ ਕੀਤਾ ਜਾਵੇ, ਔਰ ਹਰਸਿਮਰਨ ਸਿੰਘ ਉਰੇ ਪਰੇ ਹੋ ਗਿਆ, ਲੱਭਦਾ ਨਹੀਂ ਪਿਆ, ਕਿਸੇ ਨੂੰ ਵੀ ਨਹੀਂ ਪਤਾ ਚੱਲ ਰਿਹਾ ਹਰਸਿਮਰਨ ਸਿੰਘ ਕਿੱਥੇ ਆ। ਉਸ ਕੇਸ ਦੇ ਵਿੱਚ ਹਰਸਿਮਰਨ ਸਿੰਘ ਜਦੋਂ ਡਿਟੇਨ ਹੁੰਦਾ, ਡਿਟੈਂਸ਼ਨ ਪਲੱਸ 2 ਸਾਲ ਦੀ ਸਜ਼ਾ। ਅੱਛਾ, ਡਿਟੈਂਸ਼ਨ ਤੇ 12 ਮਹੀਨਿਆਂ ਦੀ ਹੈਗੀ ਹੈ। ਡਿਟੈਂਸ਼ਨ ਜਿਹੜੀ 12 ਮਹੀਨਿਆਂ ਦੀ ਹੈਗੀ, ਉਹਦੀ ਰੋਕ ਕੋਈ ਨਹੀਂ ਹੈਗੀ। 12ਵੇਂ ਮਹੀਨੇ ਤੋਂ ਪਹਿਲੇ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਣੀ ਹੈ, ਉਹੀ ਡਿਟੈਂਸ਼ਨ ਨੂੰ ਹਟਾ ਸਕਦੇ ਆ ਕਿ ਹੁਣ ਰੀਜ਼ਨਸ ਨਹੀਂ ਹੈਗੇ। ਸਜ਼ਾ ਜਿਸ ਤਰ੍ਹਾਂ ਹੈਗਾ 2 ਸਾਲ ਦੀ ਸਜ਼ਾ, ਬਸ 2 ਸਾਲ ਦੀ ਸਜ਼ਾ, 2 ਸਾਲ ਦੀ ਸਜ਼ਾ ਡਿਟੈਂਸ਼ਨ, ਕਿਉਂਕਿ ਇਹ ਕ੍ਰਿਮੀਨਲ ਐਕਟ ਨਹੀਂ ਆ, ਅੱਛਾ, ਇੱਕ ਪ੍ਰੀਕਾਸ਼ਨਰੀ ਐਕਟ ਹੈ। ਓਕੇ, ਇਹਦੇ ਵਿੱਚ ਜੇ ਦੇਖੋ ਨਾ, ਕਿਸੇ ਮੇਰੇ ਖਿਲਾਫ ਕੋਈ ਗਲਤ ਪ੍ਰੋਪੇਗੈਂਡਾ ਦਾ ਗੱਲ ਆ ਗਈ ਕਿ ਹਰਸਿਮਰਨ ਸਿੰਘ ਦੀ ਮਨਸ਼ਾ ਵਾ, ਭਾਰਤ ਦੇ ਵਿੱਚ ਦੰਗੇ ਕਰਾਉਣਾ ਚਾਹੁੰਦਾ, ਭਾਰਤ ਦਾ ਸੰਵਿਧਾਨ ਨੂੰ ਖਰਾਬ ਕਰਨਾ ਚਾਹੁੰਦਾ, ਭਾਰਤ ਦੀ ਜਿਹੜੀ ਬਾਕੀ ਦੇਸ਼ਾਂ ਦੇ ਨਾਲ ਦੋਸਤੀ ਆ ਉਹਦੇ ਵਿੱਚ ਵਿਘਨ ਪਾਉਣਾ ਚਾਹੁੰਦਾ, ਠੀਕ ਹੈ, ਫਰੈਂਡਲੀ ਰਿਲੇਸ਼ਨਸ ਵਿਦ ਦ ਨੇਸ਼ਨਸ, ਜਿਹਦੇ ਕਰਕੇ ਇੱਕ ਦੇਸ਼ ਦਾ ਵਪਾਰ ਚੱਲਦਾ ਜਾਂ ਦੇਸ਼ ਚੱਲ ਹੀ ਤਾਂ ਸਕਦਾ ਜੇ ਦੂਜੇ ਦੇਸ਼ਾਂ ਨਾਲ ਉਹਦਾ ਪਿਆਰ ਆ, ਉਹਦੇ ਵਿੱਚ ਜੇ ਮੈਂ ਵਿਘਨ ਪਾਉਣਾ ਵਾਂ। ਹੁਣ ਕਿਸੇ ਨੇ ਸਮਝ ਜੀ ਮੇਰੇ ਖਿਲਾਫ ਇਹ ਪ੍ਰੋਪੇਗੈਂਡਾ ਕਰਤਾ ਕਿ ਹੀ ਇਜ਼ ਡੂਇੰਗ ਸਮਥਿੰਗ ਮਿਸਚੀਵੀਅਸ, ਜੀ ਮੈਂ ਕਰ ਰਿਹਾ ਮਿਸਚੀਵੀਅਸ, ਠੀਕ ਆ, ਮੇਰੀ ਤੁਸੀਂ ਡਿਟੈਂਸ਼ਨ ਕਰਤੀ ਉਸ ਲੈਵਲ ਤੇ, ਅਲਟੀਮੇਟਲੀ ਆਫਟਰ 3 ਮਹੀਨੇ ਯੂ ਫਾਊਂਡ ਦੈਟ ਨਹੀਂ ਇਹਦੇ ਖਿਲਾਫ ਇਹ ਗਲਤ ਸੀ, ਤੁਸੀਂ ਉਹ ਜਦੋਂ ਡਿਟੈਂਸ਼ਨ ਖਾਰਜ ਕਰਨੀ ਹੈ, ਇਸ ਕਰਕੇ ਇਹਦੇ ਵਿੱਚ ਉਹਦੇ 'ਚ ਸਜ਼ਾ ਨਹੀਂ ਹੈਗੀ। ਪਰ ਜੇ ਮੇਰੇ ਖਿਲਾਫ ਡਿਟੈਂਸ਼ਨ ਦਾ ਆਰਡਰ ਪਾਸ ਹੁੰਦਾ ਜਿਹਦੇ ਤੇ ਮੈਜਿਸਟ੍ਰੇਟ ਦੀ, ਲੋਕਲ ਮੈਜਿਸਟ੍ਰੇਟ ਦੀ ਮੋਹਰ ਲੱਗਣੀ ਹੈ, ਲੋਕਲ ਮੈਜਿਸਟ੍ਰੇਟ ਡੀਸੀ ਦੀ ਮੋਹਰ ਲੱਗਣੀ, ਜੇ ਡੀਸੀ ਅਵੇਲੇਬਲ ਨਹੀਂ ਹੈ ਤੇ ਜੁਡੀਸ਼ੀਅਲ ਮੈਜਿਸਟ੍ਰੇਟ, ਜੁਡੀਸ਼ਰੀ ਦੇ ਫਸਟ ਕਲਾਸ ਮੈਜਿਸਟ੍ਰੇਟ ਦੀ ਮੋਹਰ ਲੱਗਣੀ ਹੈ। ਉਸ ਤੋਂ ਬਾਅਦ ਜਿਹੜਾ ਉਹ ਨੋਟਿਸ ਇਸ਼ੂ ਹੋਣਾ ਤੇ ਮੇਰੀ ਅਰੈਸਟ ਕੀਤੀ ਜਾਣੀ ਹੈ, ਜਿਹਨੂੰ ਡਿਟੈਂਸ਼ਨ ਕਹਿੰਦੇ ਆ। ਫਿਰ ਕਵਾਂਗਾ FIR 'ਚ ਅਰੈਸਟ ਹੈ, ਇਹਦੇ 'ਚ ਡਿਟੇਨ ਕੀਤਾ ਜਾਣਾ, ਮੈਨੂੰ ਉਹਨਾਂ ਨੇ ਰੋਕ ਲਿਆ ਕਿ ਮੈਂ ਫਰਦਰ ਆਪਣੇ ਮਨਸੂਬਿਆਂ 'ਚ ਕਾਮਯਾਬ ਨਾ ਹੋਵਾਂ। ਮਤਲਬ ਜਿਸ ਤਰੀਕੇ ਨਾਲ ਗੱਲ ਕਰੀਏ ਤਾਂ ਇਹ ਐਕਟ ਜਿਹੜਾ ਕਿਸੇ ਨੂੰ ਰੋਕਦਾ ਵਾ, ਕਿਸੇ ਨੂੰ ਰੋਕਦਾ ਫਰਦਰ ਕੋਈ ਗਲਤ ਐਕਟ ਕਰਨ ਵਾਸਤੇ। ਇਸ ਕਮਰੇ ਜਿੱਥੋਂ ਤੱਕ ਨੂੰ ਜੋ ਵੀ ਕੋਈ ਕੰਮ ਕਰ ਰਿਹਾ ਵਿਅਕਤੀ, ਉਸ ਨੂੰ ਉੱਥੇ ਰੋਕ ਲਿੱਤਾ ਜਾਂਦਾ ਹੈ, ਉਹਨੂੰ ਰੋਕ ਦਿੱਤਾ ਜਾਂਦਾ, ਪਰ ਉਹਨੂੰ ਰੋਕ ਕੇ ਛੱਡਿਆ ਨਹੀਂ ਜਾਂਦਾ, ਉਹਨੂੰ ਡਿਟੇਨ ਕੀਤਾ ਜਾਂਦਾ, ਉਹਦਾ ਦੁਨੀਆ ਦੇ ਨਾਲ ਕਨੈਕਸ਼ਨ ਖਤਮ ਹੋ ਜਾਂਦਾ। ਪਰ ਇਸ ਡਿਟੇਨ ਕਰਨ ਦੇ ਵਿੱਚ ਅਗਰ ਕੋਈ ਉਹਨਾਂ ਦੇ ਹੋਰ ਕੋਈ ਲਿੰਕ ਨਿਕਲ ਆਉਂਦੇ, ਸਪੋਜ਼ ਇਸ ਤਰ੍ਹਾਂ ਕੋਈ ਫੰਡਿੰਗ ਦਾ ਲਿੰਕ ਨਿਕਲ ਆਉਂਦਾ, ਬਿਲਕੁਲ, ਜਾਂ ਕੋਈ ਕਿਸੇ ਦੀ ਇਸ ਤਰ੍ਹਾਂ ਦੀ ਚੀਜ਼ ਨਿਕਲ ਆਉਂਦੀ, ਤਾਂ ਉਹਦੀ ਸਜ਼ਾ ਵੱਖਰੀ ਹੋਏਗੀ। ਉਹਦੀ ਤੇ ਨਾਰਮਲ IPC ਦੇ ਜਿਹੜੀਆਂ ਧਾਰਾਵਾਂ ਨੇ ਉਹ ਸਾਰੀਆਂ ਲੱਗਣੀਆਂ ਨੇ। ਅੱਛਾ, ਉਹ ਵੱਖਰੀ ਹੋਏਗੀ, ਉਹ ਤੇ ਵੱਖਰੀ FIR ਹੋਣੀ ਹੈ। ਤੁਸੀਂ ਇਸ ਕੇਸ 'ਚ ਵੀ ਵੇਖ ਸਕਦੇ ਹੋ, ਇਹ 2 ਦਿਨ ਤੋਂ NSA ਦੀ ਗੱਲ ਆਈ ਜੀ, ਇਸ ਤੋਂ ਪਹਿਲੇ ਕਿਤੇ ਵੀ NSA ਦੀ ਗੱਲ ਨਹੀਂ ਆਈ, ਕਦੀ ਨਹੀਂ ਆਈ। ਉਹਦਾ ਰੀਜ਼ਨ ਕੀ ਸੀ? ਕਿਉਂਕਿ ਹੁਣ ਇਹਨਾਂ ਨੇ ਮੈਨੂੰ ਲੱਗਦਾ ਕਿ ਡਿਟੈਂਸ਼ਨ ਆਰਡਰ ਪਾਸ ਕਰਤਾ ਹੋਇਆ ਜੀ, ਔਰ ਇਹ ਡਿਟੈਂਸ਼ਨ ਆਰਡਰ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਆਪਣੇ ਕਿਸੇ ਵੀ ਜੋ ਸਰਕਾਰ ਸੋਚਦੀ ਹੈ, ਜੋ ਸਰਕਾਰ ਨੂੰ ਇਨਪੁਟ ਮਿਲੀ ਹੈ, ਆਈ ਐਮ ਨੋ ਵਨ ਟੂ ਸੇ ਐਨੀਥਿੰਗ ਅਬਾਊਟ ਇਟ, ਜੇ ਸਰਕਾਰ ਨੂੰ ਇਹ ਇਨਪੁਟ ਮਿਲੀ ਹੈ ਉਹਨਾਂ ਦੀ ਐਡਵਾਈਜ਼ਰੀ ਬੋਰਡ ਵੱਲੋਂ, ਜਿਹਦੇ ਵਿੱਚ ਹਾਈ ਕੋਰਟ ਦੇ 3 ਜੱਜ ਹੁੰਦੇ ਨੇ, ਉਹਨਾਂ ਵੱਲੋਂ ਇਹ ਰਿਪੋਰਟ ਮਿਲੀ ਹੈ ਕਿ ਖਤਰਾ ਸਾਬਤ ਹੋ ਸਕਦਾ, ਤੇ ਫਿਰ ਉਹਨਾਂ ਨੇ ਡਿਟੈਂਸ਼ਨ ਜਿਹੜੀ ਹੈ ਉਹਨੂੰ ਸਾਹਮਣੇ ਲਿਆਂਦਾ। ਅਦਰਵਾਈਜ਼ ਕੀ ਸੀ? ਅਦਰਵਾਈਜ਼ ਤੇ ਉਹਨਾਂ ਦੇ ਥਾਣੇ ਤੇ ਜੋ ਹੋਇਆ ਕਾਰਵਾਈ, ਉਹਦੀ FIR ਦਰਜ ਹੈ 307 ਇਹ ਉਹ 353, ਉਹਦੀ ਅਲੱਗ ਚੱਲੇਗੀ ਜਾਂ ਇੰਡੀਪੈਂਡੈਂਟ ਚੱਲੇਗੀ। 12 ਮਹੀਨਿਆਂ ਤੋਂ ਬਾਅਦ ਜੇ ਬੰਦਾ ਠੀਕ ਹੈ ਤੇ ਉਹਦੀ ਕਿਸੇ ਵੇਲੇ ਵੀ ਡਿਟੈਂਸ਼ਨ ਜਿਹੜੀ ਹੈ ਖਤਮ ਕਰ ਸਕਦੇ ਆ। ਪ੍ਰੀਵੀਅਸ ਡਿਟੈਂਸ਼ਨ ਲੱਗ ਸਕਦਾ ਉਹਦੇ ਤੋਂ, ਫਿਰ ਲੱਗ ਗਿਆ। ਇਹ ਪੰਜਾਬ ਬੜਾ ਮੰਦਭਾਗੀ ਸਿਚੁਏਸ਼ਨ ਆ ਕਿ ਪੰਜਾਬ ਦੇ ਵਿੱਚ NSA ਲੱਗ ਗਿਆ। ਨਹੀਂ, ਪਰ NSA ਲੱਗਣ ਤੋਂ ਬਾਅਦ ਅਗਰ 3 ਸਾਲ NSA ਦੀ ਉਹ ਧਾਰਾ ਪੂਰੀ ਹੁੰਦੀ ਹੈ, ਉਹਦੀ ਖਤਮ ਹੋ ਜਾਏਗੀ। 12 ਮਹੀਨੇ ਜੇ ਇਹ ਸਜ਼ਾ ਤਾਂ ਨਹੀਂ ਹੋਣੀ ਜੇ ਮੈਨੂੰ ਫੜ ਲਿਆ, ਸਮਝਦੇ ਪਿਓ, ਜੇ ਮੈਂ ਆਪਣੇ ਆਪ ਨੂੰ ਸਕਾਉਂਡ ਕਰਤਾ, ਮੈਂ ਪੰਜਾਬ 'ਚ ਕਿਤੇ ਲੁਕ ਗਿਆ ਤੇ ਆਪਣੀ ਮਨਸ਼ਾ ਨੂੰ ਪੂਰੀ ਕਰਨ ਦੀ ਫਿਰ ਟੀਮ ਬਣਾ ਕੇ ਯੋਜਨਾਬੰਦ ਤਰੀਕੇ ਨਾਲ ਕਰ ਰਿਹਾ, ਤਾਂ ਜੇ ਮੈਂ ਫੜਿਆ ਜਾਣਾ ਤਾਂ ਮੈਨੂੰ ਉਹਦੇ NSA ਦੇ ਵਿੱਚ 2 ਸਾਲ ਸਜ਼ਾ ਹੋਣੀ ਹੈ ਜੀ। ਬਿਲਕੁਲ, ਇੰਡੀਪੈਂਡੈਂਟ ਜਿਹੜੀ FIR ਦੀਆਂ ਪ੍ਰੋਵੀਜ਼ਨਸ ਨੇ ਮੇਰੇ ਅਗੇਂਸਟ, ਉਹ ਉਦਾਂ ਹੀ ਚੱਲਣੀਆਂ ਵਾ ਜਿਵੇਂ ਇੱਕ IPC ਦਾ ਕੋਈ ਮਰਡਰ ਕਰ ਦਿੰਦਾ, ਰੇਪ ਕਰ ਦਿੰਦਾ, ਅਟੈਂਪਟ ਟੂ ਮਰਡਰ ਕਰ ਦਿੰਦਾ, ਕਿਸੇ ਦੇ ਘਰ ਵੜ ਜਾਂਦੇ ਆ। 307 ਦੀ ਜਿਸ ਤਰ੍ਹਾਂ ਅਲੱਗ ਸਜ਼ਾ ਚੱਲਣੀ ਹੈ, ਉਹਦਾ NSA ਨਾਲ ਕੋਈ ਰੋਲ ਹੈਗਾ ਨਹੀਂ ਇਹਦੇ 'ਚ ਕਿ 307 ਦੇ ਵਿੱਚ ਬੰਦਾ 3 ਮਹੀਨਿਆਂ ਬਾਅਦ ਬੇਲ ਤੇ ਬਾਹਰ ਆ ਜਾਂਦਾ। ਇਹਦੇ ਵਿੱਚ ਤੁਹਾਡੇ ਕੋਲ ਬੇਲ ਦਾ ਰਾਈਟ ਹੀ 12ਵੇਂ ਮਹੀਨੇ ਤੋਂ 12ਵੇਂ ਮਹੀਨੇ ਉਹਨਾਂ ਨੇ ਡਿਸਾਈਡ ਕਰਨਾ ਕਿ ਤੁਹਾਨੂੰ ਛੱਡਣਾ ਕਿ ਨਹੀਂ ਛੱਡਣਾ। ਮਤਲਬ ਬੇਲ ਦਾ ਜਿਹੜਾ ਹੈਗਾ ਸਭ ਤੋਂ ਇਹਦੇ 'ਚ ਸਭ ਤੋਂ ਵੱਡੀ ਕੰਸਟ੍ਰੇਨ ਆ, ਸਾਡਾ ਸੁਪਰੀਮ ਕੋਰਟ ਕਹਿੰਦਾ ਬੇਲ ਇਜ਼ ਅ ਰਾਈਟ ਬਟ ਜੇਲ ਇਜ਼ ਨਾਟ ਅ ਰਾਈਟ। ਓਕੇ, ਮਤਲਬ ਤੁਹਾਡਾ ਬੇਲ ਰਾਈਟ ਆ, ਤੁਹਾਨੂੰ ਜੇਲ ਦੇਣਾ ਇਜ਼ ਨਾਟ ਦੀ ਡਿਊਟੀ। ਜੀ ਬਿਲਕੁਲ। ਸਾਡੀ ਜੁਡੀਸ਼ਰੀ ਸਿਸਟਮ ਕੀ ਕਹਿੰਦੀ ਹੈ, ਜਿਹੜਾ 100 ਬੰਦੇ ਨੇ ਗੁਨਾਹ ਕੀਤਾ ਉਹ ਛੁੱਟ ਜਾਵੇ, ਪਰ ਜਿਹੜਾ ਇੱਕ ਇਨੋਸੈਂਟ ਹੈ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਇਹ ਐਕਟ ਜਿਹੜਾ ਵਾ ਆਇਆ, ਇਹ ਐਕਟ ਇੰਨਾ ਕੋਈ ਸਟ੍ਰੀਮ ਐਕਟ ਹੈ ਨਾ
ਕਿ ਹੁਣ ਇਹ ਮੈਨੂੰ ਲੱਗਦਾ ਕਿ ਰੈਗੂਲਰ ਲੱਗਣਾ ਸ਼ੁਰੂ ਹੋ ਜਾਏਗਾ, ਕਿਉਂਕਿ ਹੁਣ ਅਦਰਵਾਈਜ਼ ਪੰਜਾਬ ਤੇ ਕਦੀ ਇਹ ਵਾਲਾ ਐਕਸਪੈਰੀਮੈਂਟ ਨਹੀਂ ਕੀਤਾ ਗਿਆ। ਕਰਕੇ ਅਸੀਂ ਤੁਹਾਡੇ ਕੋਲ ਚਰਚਾ ਕਰਨ ਆਏ ਹਾਂ, ਕਦੀ ਐਕਸਪੈਰੀਮੈਂਟ ਨਹੀਂ ਹੋਇਆ ਪੰਜਾਬ ਤੇ। ਹੁਣ ਜਿਹੜਾ ਐਕਸਪੈਰੀਮੈਂਟ ਹੈ ਮੈਨੂੰ ਲੱਗਦਾ ਇਹਨਾਂ ਲਈ ਕਾਰਗਰ ਸਾਬਤ ਹੋ ਜਾਣਾ, ਜਾਂ ਜੋ ਵੀ ਇਹਦੇ ਰਿਜ਼ਲਟਸ ਹੋਣਗੇ। ਅਸੀਂ ਤਾਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਰਿਜ਼ਲਟਸ ਇਹੋ ਜਿਹੇ ਹੋਣ ਕਿ ਪੰਜਾਬ ਦੇ ਵਿੱਚ ਸ਼ਾਂਤੀ ਮਾਹੌਲ ਹਰ ਇੱਕ ਧਰਮ ਦੇ ਭਾਈਚਾਰੇ ਦਾ ਬਿਲਕੁਲ ਮੇਨਟੇਨ ਰਵੇ। ਉਹਦੇ ਨਾਲ ਐਨਐਸਏ ਦੀ ਪ੍ਰੋਸੀਡਿੰਗ ਕੀ ਹੈ? ਐਨਐਸਏ ਦੀ ਪ੍ਰੋਸੀਡਿੰਗ ਹੈ ਜਿਵੇਂ ਪਾਕਿਸਤਾਨ ਦੇ ਵਿੱਚ ਕਿਸੇ ਨੂੰ ਕਹਿੰਦੇ ਆ ਉਹਨੂੰ ਹਾਊਸ ਅਰੈਸਟ ਕਰ ਦਿੱਤੀ, ਉਵੇਂ ਇਹਦੇ ਵਿੱਚ ਹਾਊਸ ਅਰੈਸਟ ਨਹੀਂ ਹੈ। ਇਹਦੇ ਵਿੱਚ ਪਬਲਿਕ ਆਫੀਸਰਸ ਦੇ ਡੋਮੇਨ ਦੇ ਥੱਲੇ ਤੁਹਾਡੀ ਡਿਟੈਂਸ਼ਨ ਹੈ, ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਨਾ ਇਹਦੇ 'ਚ ਫੋਨ ਹੈ, ਨਾ ਇਹਦੇ ਵਿੱਚ ਕਿਸੇ ਨੂੰ ਮਿਲਣ ਦੇਣਾ। ਔਰ ਇਹ ਵੀ ਦੱਸ ਦਿੰਨਾ, ਇਹਦੇ ਵਿੱਚ ਇਹ ਵੀ ਮੈਂਡੇਟਰੀ ਨਹੀਂ ਹੈਗਾ ਐਕਟ ਦੇ ਅਕੋਰਡਿੰਗਲੀ ਕਿ ਤੁਸੀਂ ਦੱਸਣਾ ਕਿ ਬੰਦਾ ਕਿੱਥੇ ਆ। ਨਹੀਂ, ਅੱਛਾ ਜੀ, ਨਹੀਂ ਦੱਸ ਸਕਦੇ ਕੁਝ। ਇਹ ਤੁਹਾਡਾ ਰਾਈਟ ਹੈ। ਇੰਨੀਆਂ ਕੁ ਵੱਡੀਆਂ ਰਾਈਟਸ ਇੰਪਾਵਰ ਕਰ ਦਿੱਤਾ ਆਫੀਸਰਸ ਨੂੰ ਕਿ ਮਤਲਬ ਮੇਰੇ ਹਿਸਾਬ ਨਾਲ ਸਾਨੂੰ ਕੋਈ ਵੀ ਓਫੀਸ਼ੀਅਲ ਐਕਟ ਦੇ ਵਿੱਚ ਇੰਟਰਫੇਰੈਂਸ ਕਰਨ ਤੋਂ ਪਹਿਲੇ ਜ਼ਰੂਰ ਸੋਚਣਾ ਚਾਹੀਦਾ ਕਿ ਐਨਐਸਏ ਵੀ ਕੋਈ ਚੀਜ਼ ਹੈਗੀ। ਆਖਰੀ ਸਵਾਲ ਲਾਂਗਾ, ਜਿਹੜਾ ਤੁਸੀਂ ਡਿਟੇਨ ਕਹਿ ਰਹੇ ਹੋ, ਡਿਟੇਨ 1 ਸਾਲ ਵਾਸਤੇ ਡਿਟੇਨ ਕੀਤਾ ਜਾ ਸਕਦਾ, 1 ਸਾਲ ਬੰਦੇ ਨੂੰ ਜੇਲ੍ਹ 'ਚ ਰੱਖਿਆ ਜਾਏਗਾ ਕਿ ਪੁਲਿਸ ਆਪਣੇ ਕੋਲ ਰੱਖ ਸਕਦੀ ਹੈ? ਕਿਤੇ ਵੀ ਰੱਖ ਸਕਦੀ ਹੈ। ਇਹ ਚੀਜ਼ ਨੂੰ ਸਪੈਸੀਫਾਈ ਨਹੀਂ ਕੀਤਾ ਗਿਆ ਐਕਟ ਜੀ। ਅਰੈਸਟ ਨਹੀਂ ਨਾ ਹੈਗੀ। ਅਰੈਸਟ ਇਜ਼ ਆਲਵੇਜ਼ ਕਨੈਕਟਡ ਵਿਦ ਜੇਲ ਜੀ। ਡਿਟੈਂਸ਼ਨ ਇਜ਼ ਨਾਟ ਆਲਵੇਜ਼ ਕਨੈਕਟਡ ਵਿਦ ਜੇਲ। ਅੱਛਾ ਜੀ। ਡਿਟੈਂਸ਼ਨ ਦਾ ਮਤਲਬ ਹੈ ਕਿ ਉਹ ਤੁਹਾਡੇ ਸਫੀਅਰ ਦੇ ਥੱਲੇ ਰਹੇਗਾ ਬੰਦਾ। ਉਹ ਆਪਣਾ ਕੋਈ ਵੀ ਮਨਸੂਬਾ ਜਿਹੜਾ ਵਾ ਉਹ 'ਚ ਕਾਮਯਾਬ ਨਹੀਂ ਹੋ ਸਕਦਾ। ਪਬਲਿਕ ਡੀਲਿੰਗ ਖਤਮ ਹੋ ਜਾਏਗੀ, ਠੀਕ ਹੈ। ਤੇ ਜੇ 2 ਮਹੀਨਿਆਂ ਬਾਅਦ ਇਹ ਪਤਾ ਲੱਗ ਗਿਆ ਕਿ ਇਹ ਬੰਦਾ ਥ੍ਰੈਟ ਨਹੀਂ ਹੈ ਸਾਡੇ ਦੇਸ਼ ਨੂੰ, ਸਾਡੀ ਸਟੇਟ ਨੂੰ, ਜਿੱਥੇ ਉਹ ਕੋਈ ਕੰਮ ਕਰ ਰਿਹਾ ਜਾਂ ਕੁਝ ਵੀ ਕਰਨਾ ਚਾਹੁੰਦਾ ਵਾ, ਤੇ ਫਿਰ ਉਹਦੀ ਡਿਟੈਂਸ਼ਨ ਨੂੰ ਖਤਮ ਵੀ ਕਰਨਾ ਵਾ। ਅੱਛਾ, ਖਤਮ ਹੋ ਸਕਦੀ। ਉਹ ਐਡਵਾਈਜ਼ਰੀ ਬੋਰਡ ਨੇ ਸੁਜੈਸਟ ਕਰ ਦਿੰਦਾ ਕਿ ਨਾਓ ਵੀ ਡੋਂਟ ਨੀਡ ਹਿਸ ਡਿਟੈਂਸ਼ਨ। ਅੱਛਾ ਜੀ, ਐਡਵਾਈਜ਼ਰੀ ਬੋਰਡ ਡਿਸਾਈਡ ਕਰਦਾ ਕਿ ਇਹਦੇ ਵਿੱਚ ਸੁਪਰੀਮ ਪਾਵਰ ਦਿੱਤੀ ਉਹਨਾਂ ਨੇ। ਦੇਖੋ ਬੜੀ ਵਧੀਆ ਗੱਲ ਹੈ ਕਿ ਹਾਈ ਕੋਰਟ ਦੇ ਜੱਜਿਸ ਨੂੰ ਪਾਵਰ ਦਿੱਤੀ, ਇਹ ਥੱਲੜੇ ਲੋਅਰ ਲੈਵਲ ਦੇ ਆਫੀਸ਼ੀਅਲਸ ਨੂੰ ਨਹੀਂ ਦਿੱਤੀ। ਮਤਲਬ ਹਾਈ ਕੋਰਟ ਦੇ ਜਿਹੜੇ ਜੱਜਿਸ ਦੇਖਣਗੇ ਕਿ ਹੁਣ 3 ਜੱਜਿਸ ਹਾਈ ਕੋਰਟ ਦੇ ਬੈਠਣਗੇ, ਉਹ ਵੇਖਣਗੇ ਪਹਿਲੀ ਡਿਟੈਂਸ਼ਨ ਚਾਹੀਦੀ ਹੈ। ਉਸ ਤੋਂ ਬਾਅਦ 7 ਤੋਂ 10 ਦਿਨਾਂ 'ਚ ਉਹਨਾਂ ਨੇ ਇਹ ਵੀ ਵੇਖਣਾ ਕਿ 7 ਤੋਂ 10 ਦਿਨਾਂ ਦੇ ਵਿੱਚ ਇਸ ਬੰਦੇ ਨੂੰ ਤੁਸੀਂ ਇਨਫੋਰਮ ਕਰਨਾ, ਅੱਜ ਨਹੀਂ ਕਰਨਾ, 7ਵੇਂ ਦਿਨ ਉਹਨੂੰ ਇਨਫੋਰਮ ਕਰਨਾ। ਜੇ ਅਸੀਂ ਸਪੋਜ਼ ਕਰੀਏ, ਅਜੇ ਤੇ ਕਿਸੇ ਨੂੰ ਕਲੀਅਰ ਨਹੀਂ ਹੈ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਡਿਟੈਂਸ਼ਨ ਹੋਈ ਹੈ, ਜੇ ਸਪੋਜ਼, ਤੇ ਫਿਰ ਇਹ 2 ਦਿਨ ਹੀ ਬੀਤੇ ਨੇ ਅਜੇ। ਹਾਲੇ ਤੇ ਡਿਟੈਂਸ਼ਨ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਜਦੋਂ ਫੜੇ ਜਾਣਗੇ ਉਸ ਤੋਂ ਬਾਅਦ ਅਸੀਂ ਦੱਸਾਂਗੇ। ਇਹਦੇ ਵਿੱਚ ਮੈਂ ਨਹੀਂ ਦੱਸ ਸਕਦਾ ਕਿ ਡਿਟੈਂਸ਼ਨ ਹੋਈ ਹੈ ਕਿ ਨਹੀਂ ਹੋਈ, ਕਿਉਂਕਿ ਇਹ ਹਜੇ ਕੁਐਸਚਨ ਮਾਰਕ ਹੈ। 1 ਸਾਲ ਪਰ ਪੁਲਿਸ ਨੂੰ ਆਪਣੇ ਕੋਲ ਰੱਖ ਸਕਦੀ ਹੈ। 1 ਸਾਲ 12 ਮਹੀਨਿਆਂ ਦੀ ਡਿਟੈਂਸ਼ਨ ਹੋਏਗੀ, ਉਹ ਫਿਰ ਇਨਕਰੀਜ਼ ਹੋ ਸਕਦੀ ਹੈ। ਇਨਕਰੀਜ਼ ਹੋ ਸਕਦੀ ਉਹਦੇ ਵਿੱਚ ਕਿੰਨੇ ਸਾਲ ਤੱਕ ਐਮਬਾਰਗੋ ਨਹੀਂ, देयर इज नो ਲਿਮਿਟ। ਨਹੀਂ, ਤੁਸੀਂ ਕਹਿੰਦਾ 3 ਸਾਲ ਦਾ ਐਕਟ ਹੈ। ਨਹੀਂ ਬਾਜੀ, ਮੈਂ 3 ਸਾਲ ਦਾ ਐਕਟ ਨਹੀਂ ਕਿਹਾ। ਮੈਂ ਕਿਹਾ ਕਿ ਜੇ ਕੋਈ ਬੰਦਾ ਸਪੋਜ਼ ਮੇਰੇ ਖਿਲਾਫ ਆਰਡਰ ਨਿਕਲਿਆ ਤੇ ਮੈਂ ਭੱਜ ਜਾਣਾ, ਫਿਰ ਮੈਨੂੰ 2 ਸਾਲ ਸਜ਼ਾ ਹੋਣੀ ਹੈ। ਜਦੋਂ ਫੜਿਆ ਜਾਂਦਾ ਬੰਦਾ, ਜਦੋਂ ਫੜਿਆ ਜਾਂਦਾ ਤੇ ਕੰਟੀਨਿਊਸਲੀ 12 ਮਹੀਨੇ। 12 ਮਹੀਨੇ ਤੇ ਉਹਦੇ ਵਿੱਚ 3 ਮਹੀਨਿਆਂ ਬਾਅਦ ਰਿਪੋਰਟ ਆਣੀ ਹੈ ਐਡਵਾਈਜ਼ਰੀ ਬੋਰਡ ਦੀ ਕਿ ਉਹ ਹਮੇਸ਼ਾ, ਪਰ ਮੈਂ ਦੱਸ ਦਿੰਦਾ ਕਿ ਐਡਵਾਈਜ਼ਰੀ ਬੋਰਡ ਇਹੀ ਕਹਿੰਦਾ ਕਿ ਇਹਦੀ ਡਿਟੈਂਸ਼ਨ ਸਹੀ ਹੈ। ਆਪਣੀ ਡਿਟੈਂਸ਼ਨ ਨੂੰ ਕਦੀ ਵੀ ਗਲਤ ਨਹੀਂ ਕਰਾਰ ਕਰਦੇ। ਬਿਲਕੁਲ, ਮਤਲਬ 3 ਮਹੀਨੇ ਦੇ ਪੀਰੀਅਡ, 3 ਮਹੀਨਿਆਂ ਬਾਅਦ ਉਹਨਾਂ ਨੇ ਐਡਵਾਈਜ਼ ਕਰਨਾ ਵਾ ਤੇ ਟੋਟਲ 12 ਮਹੀਨਿਆਂ ਤੱਕ। 12ਵੇਂ ਮਹੀਨੇ ਤੋਂ ਬਾਅਦ ਡੀਟੇਲਡ ਆਰਡਰ ਆਣਾ ਜਿਹਦੇ ਵਿੱਚ ਦੱਸਿਆ ਜਾਣਾ ਕਿ ਕੀ ਇਹ ਡਿਟੈਂਸ਼ਨ ਹੋਰ ਅੱਗੇ ਭਾਰਤ ਨੂੰ ਮੁੱਖ ਰੱਖਦੇ ਹੋਏ ਜਾਂ ਸਟੇਟ, ਕਿਉਂਕਿ ਸਾਡੇ ਲੋਕਾਂ ਨੂੰ ਬੜੀ ਸਮਝੀ ਇੱਕ ਗੱਲ ਦੀ, ਐਨਐਸਏ ਕੱਲਾ ਸੈਂਟਰ ਦੇ ਪ੍ਰਵਿਊ 'ਚ ਹੈ, ਸੈਂਟਰ ਦੇ ਪ੍ਰਵਿਊ 'ਚ ਹੈ। ਬਿਲਕੁਲ ਨਹੀਂ ਜੀ, ਸੈਕਸ਼ਨ 2 ਉਹਦਾ ਬੜਾ ਕਲੀਅਰ ਹੈ। ਸਟੇਟ ਕੋਲ ਫੁੱਲ ਪਾਵਰ ਹੈ ਐਨਐਸਏ ਲਾਉਣ ਦੀ, ਔਰ ਸੈਂਟਰ ਕੋਲ ਫੁੱਲ ਪਾਵਰ ਹੈ। ਸਟੇਟ ਨੇ ਜੇ ਐਨਐਸਏ ਲਾਣਾ ਤੇ ਵਿਦਿਨ 7 ਡੇਜ਼ ਸੈਂਟਰਲ ਗਵਰਨਮੈਂਟ ਨੂੰ ਇਨਫੋਰਮ ਕਰਨਾ। ਸੈਂਟਰਲ ਗਵਰਨਮੈਂਟ ਨੇ ਕਿਸੇ ਸਟੇਟ ਦੇ ਵਿੱਚ ਲਾਣਾ ਤੇ ਉਹਨਾਂ ਨੇ ਵਿਦਿਨ 7 ਡੇਜ਼ ਸਟੇਟ ਗਵਰਨਮੈਂਟ ਨੂੰ ਇਨਫੋਰਮ ਕਰਨਾ। ਜੀ ਬਿਲਕੁਲ, ਸ਼ੁਕਰੀਆ। ਤਾਂ ਸਨ ਸੀਨੀਅਰ ਐਡਵੋਕੇਟ ਸਰਦਾਰ ਹਰਸਿਮਰਨਜੀਤ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਤਾਂ ਬਹੁਤ ਸਾਰੇ ਜਿਹੜੀ ਕੁਝ ਗੱਲਾਂ ਸਾਹਮਣੇ ਆਈਆਂ ਨੇ, ਕਿਉਂਕਿ ਐਨਐਸਏ ਬਾਰੇ ਲੋਕ ਸਿਰਫ ਇਸ ਵੇਲੇ ਸੁਣ ਰਹੇ ਨੇ, ਪਰ ਆਖਿਰਕਾਰ ਇਹਦੀ ਡੈਪਥ ਵਿੱਚ ਕੀ ਹੋ ਸਕਦਾ ਹੈ, ਕਿਵੇਂ 1 ਸਾਲ ਤੱਕ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਪੁਲਿਸ ਦੇ ਰਡਾਰ 'ਚ ਰਹਿ ਸਕਦਾ ਹੈ। ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਪੁਆਇੰਟ ਹੋਰ ਸੀ, ਜੀ ਬਿਲਕੁਲ ਬੜਾ ਜ਼ਰੂਰੀ ਪੁਆਇੰਟ ਸੀ, ਮੈਂ ਦੱਸਣਾ ਚਾਹੁੰਦਾ ਸੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ 1980 ਹੈ, ਇਹ ਬੜੀ ਸਟਰੋਂਗ ਪ੍ਰੋਵੀਜ਼ਨ ਆਫ ਲਾਅ ਹੈ। ਔਰ ਬੀਇੰਗ ਐਡਵੋਕੇਟ, ਮੇਰੀ ਸਾਰੇ ਭੈਣਾਂ ਭਾਈਆਂ ਨੂੰ ਇੱਕ ਸੁਜੈਸ਼ਨ ਹੈ ਕਿ ਅਸੀਂ ਕੋਈ ਵੀ ਉਹ ਐਕਟ ਨਾ ਕਰੀਏ ਜਿਹੜਾ ਸਾਡੇ ਦੇਸ਼ ਦੀ ਜਿਹੜੀ ਅਖੰਡਤਾ ਜਾਂ ਸਾਡੇ ਦੇਸ਼ ਦੇ ਰਿਲੇਸ਼ਨਸ ਨੇ, ਸੋਵਰਨਿਟੀ ਹੈ, ਸੈਕੂਲਰਿਜ਼ਮ ਹੈ, ਉਹਦੇ ਵਿੱਚ ਇਹੋ ਜਿਹਾ ਪਾੜ ਪਾਵੇ ਕਿ ਦੇਸ਼ ਦੇ ਵਿੱਚ ਦੰਗੇ ਹੋ ਸਕਣ, ਲੱਖਾਂ ਬੰਦੇ ਮਰ ਸਕਣ। ਇਹ ਬੇਸਿਕ ਇਹਦਾ ਪ੍ਰਵਿਊ ਜਿਹੜਾ ਵਾ ਨਾ, ਚੰਗੇ ਪਰਪਸ ਵਾਸਤੇ ਐਕਟ ਬਣਿਆ ਹੋਇਆ। ਔਰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਵਾਂ, ਡਾਊਟ ਕਲੀਅਰ ਕਰਨਾ ਚਾਹੁੰਦਾ ਬੜਿਆਂ ਦੇ, ਕਿ ਜੇ ਇਹਦੇ ਵਿੱਚ ਗਲਤ ਡਿਟੈਂਸ਼ਨ ਵੀ ਹੋਗੀ ਤਾਂ ਵੀ ਅਫਸਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ। ਨਾ ਐਡਵਾਈਜ਼ਰੀ ਬੋਰਡ, ਨਾ ਪੁਲਿਸ ਆਫੀਸਰ, ਨਾ ਮੈਜਿਸਟ੍ਰੇਟ, ਤੇ ਨਾ ਸੈਂਟਰਲ ਗਵਰਨਮੈਂਟ ਦਾ ਕੋਈ ਅਫੀਸ਼ੀਅਲ ਜਾਂ ਸਟੇਟ ਗਵਰਨਮੈਂਟ ਦਾ ਕੋਈ ਅਫੀਸ਼ੀਅਲ ਲਾਇਆ ਤੇ ਕੋਈ ਕਾਰਵਾਈ। ਮਤਲਬ ਜੇ ਸਪੋਜ਼ ਕਰੋ, ਤੁਹਾਨੂੰ ਮੈਂ ਦੱਸਿਆ 3 ਮਹੀਨੇ ਬਾਅਦ ਉਹ ਕਹਿੰਦੇ ਆ ਕਿ ਡਿਟੈਂਸ਼ਨ ਜਸਟੀਫਾਈ ਨਹੀਂ ਕਰਦੀ ਤੇ ਤੁਸੀਂ ਇਹਨੂੰ ਖਤਮ ਕਰ ਦਿਓ, ਇਹਨੂੰ ਆਪਣੀ ਨਾਰਮਲ ਜ਼ਿੰਦਗੀ ਜੀਣ ਦਿਓ, ਤੇ ਉਹ ਬੰਦਾ ਕੋਈ ਕੰਪਨਸੇਸ਼ਨ, ਕੋਈ ਕੇਸ ਇਹੋ ਜਿਹਾ, ਕੋਈ ਡੈਫਾਮੇਸ਼ਨ, ਕੋਈ ਕੁਝ ਨਹੀਂ ਕਰ ਸਕਦਾ। ਦੈਨ ਉਦੋਂ ਉਸ ਤੋਂ ਬਾਅਦ ਉਹਦੇ ਹੱਥ ਫਿਰ ਬੰਨੇ ਨੇ,
ਬਿਲਕੁਲ ਬਿਲकुल ਸੋ ਐਡੀ ਸਟਰੋਂਗ ਇਹਦੀ ਪ੍ਰੋਵੀਜ਼ਨ ਆਫ ਲਾਅ ਹੈ ਔਰ ਅਸੀਂ ਤੇ ਆਸ ਕਰਦੇ ਹਾਂ ਕਿ ਇਹਦੀ ਕਦੀ ਵੀ ਸਾਡੇ ਸਟੇਟ ਪੰਜਾਬ 'ਚ ਲੋੜ ਹੀ ਨਾ ਪਵੇ ਲਾਉਣ ਦੀ। ਸ਼ੁਕਰੀਆ। ਤਾਂ ਇੱਕ ਕੁਝ ਚੰਗੀਆਂ ਗੱਲਾਂ ਦੱਸੀਆਂ ਨੇ ਤੇ ਜਿਹਦੇ ਨਾਲ ਕਿ ਲੋਕ ਜਿਹੜੇ ਨੇ ਸਮਝ ਸਕਣਗੇ ਕਿ ਆਖਿਰਕਾਰ ਇਸ ਤਰ੍ਹਾਂ ਦੇ ਅਗਰ ਐਕਟ ਲੱਗਦਾ ਹੈ ਤਾਂ ਉਹਨਾਂ ਵਾਸਤੇ ਕਾਫੀ ਮੁਸ਼ਕਲ ਹੋ ਸਕਦੀ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਹੋਏਗੀ। ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਐਕਟ ਲੱਗਦਾ ਹੈ ਤਾਂ ਪੁਲਿਸ ਨੂੰ ਬਾਅਦ ਦੇ ਵਿੱਚ ਜਿਹੜਾ ਹੈ ਇੱਕ ਤਰ੍ਹਾਂ ਦਾ ਡਿਟੇਨ ਵੀ ਕੀਤਾ, ਪੁਲਿਸ ਦੇ ਖਿਲਾਫ ਵੀ ਜਾਇਆ ਜਾ ਸਕਦਾ ਹੈ, ਕੋਰਟ 'ਚ ਵੀ ਜਾਇਆ ਜਾ ਸਕਦਾ ਹੈ, ਲੇਕਿਨ ਇਸ ਐਕਟ 'ਚ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ। ਤਾਂ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ NSA ਐਕਟ ਇੱਕ ਕਾਫੀ ਸਟਰੋਂਗ ਐਕਟ ਹੈ, ਜਿਹਦੇ ਵਿੱਚ ਕਿ 12 ਮਹੀਨੇ ਜਿਹੜਾ ਵਿਅਕਤੀ ਹੈ ਉਹ ਪੁਲਿਸ ਦੇ ਰਡਾਰ ਤੇ ਰਹੇਗਾ, ਰਿਮਾਂਡ ਤੇ ਰਹੇਗਾ। ਲੇਕਿਨ ਇਸ ਵਿੱਚ ਐਡਵਾਈਜ਼ਰੀ ਬੋਰਡ ਦੀ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀ 3-3 ਮਹੀਨੇ ਬਾਅਦ ਰਿਵਿਊ ਕਰਦੀਆਂ ਨੇ। ਲੇਕਿਨ ਫਿਲਹਾਲ NSA ਐਕਟ ਦੇ ਵਿੱਚ ਅਸੀਂ ਤੁਹਾਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਐਕਟ ਜਿਹੜਾ ਵਰਕ ਕਰਦਾ ਹੈ ਔਰ ਕਿਹਨਾਂ ਲੋਕਾਂ ਤੇ ਲੱਗਦਾ ਹੈ ਔਰ ਕਿਹਨਾਂ ਸਿਚੁਏਸ਼ਨ 'ਚ ਐਕਟ ਲੱਗਦਾ ਹੈ। ਇਸ ਦੀ ਇੱਕ ਵਿਸਤ੍ਰਿਤ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।